Hello student, welcome back to my YouTube channel. So let's start next topic of chapter number 10 which is power of lens. So इस वीडियो ਦੇ ਵਿੱਚ ਅਸੀਂ power of lens and the numericals ਬਾਰੇ ਪੜਾਂਗੇ. So ਸਭ ਤੋਂ ਪਹਿਲਾਂ definition ਦੇਖੋ ਬੱਚੇ power of lens ਕੀ ਆ. Power of lens is defined as reciprocal. Reciprocal ਹੁੰਦਾ ਹੈ ਜਦੋਂ ਅਸੀਂ 1 divided by ਚ ਕੋਈ term ਲਿਖਦੇ ਹਾਂ ਜਿਹਦੀ ਉਲਟੀ term ਹੁੰਦੀ ਆ of focal length of the lens. ਇਹਦਾ ਮਤਲਬ power ਕੀ ਆ reciprocal 1 divided by ਕਿਹਦੀ ਆ focal length ਦੀ. ਠੀਕ ਹੈ focal length. It is denoted by P ਔਰ power ਨੂੰ ਕਾਹਦੇ ਨਾਲ denote ਕਰਦੇ ਆ capital P ਦੇ ਨਾਲ. ਕਲੀਅਰ ਹੋ ਗਿਆ ਚੀਜ਼. ਸੋ ਬੱਚੇ 1/f ਉਦੋਂ ਲਿਖਾਂਗੇ ਜਦੋਂ ਇਹ ਮੀਟਰ ਦੇ ਵਿੱਚ ਆਨਸਰ ਦਿੱਤਾ ਹੋਏਗਾ. ਮੰਨ ਲਓ ਤੁਹਾਨੂੰ ਫੋਕਲ ਲੈਂਥ ਦਿੱਤੀ ਹੋਈ ਆ 0.25 ਮੀਟਰ, ਦੈਨ ਅਸੀਂ ਪਾਵਰ ਨਿਕਾਲਣੀ ਆ ਤਾਂ ਆ ਜਾਏਗਾ 1/0.25. ਮੰਨ ਲਓ ਤੁਹਾਨੂੰ ਸੈਂਟੀਮੀਟਰਸ ਦੇ ਵਿੱਚ ਦਿੱਤਾ ਹੋਇਆ, ਜੇ ਸੈਂਟੀਮੀਟਰ ਹੋਏਗਾ ਤਾਂ ਅਸੀਂ ਲਿਖਾਂਗੇ 100/0.25. ਇਸ ਚੀਜ਼ ਦਾ ਧਿਆਨ ਰੱਖਣਾ ਕਿ ਉਹਨਾਂ ਨੇ ਸੈਂਟੀਮੀਟਰ ਕਿਹਾ ਕਿ ਮੀਟਰ ਕਿਹਾ ਆ. ਠੀਕ ਹੈ, ਦੈਨ ਲਿਖਾਂਗੇ ਪਾਵਰ ਆਫ ਲੈਂਥ. Convex lens is positive because the focal length is positive. ਬੱਚੇ ਅਸੀਂ ਆ ਟਰਮ ਪੜ੍ਹ ਚੁੱਕੇ ਹਾਂ, ਜਿਹੜੀ focal length ਹੁੰਦੀ ਆ ਉਹ convex ਦੀ ਕੀ ਹੁੰਦੀ ਆ positive. ਠੀਕ ਹੈ, ਅਗਰ convex ਦੀ focal length positive ਹੈ ਤਾਂ ਮਤਲਬ ਇਹਦੀ ਪਾਵਰ ਵੀ ਕੀ ਹੋਏਗੀ positive. ਹੁਣ ਸੈਕਿੰਡ ਆ power of concave lens is negative because focal length is negative. ਹੁਣ ਸਾਨੂੰ ਇਹ ਵੀ ਪਤਾ concave lens ਦੀ focal length ਕਿੰਨੀ ਹੁੰਦੀ ਆ negative. ਇਹਦਾ ਮਤਲਬ ਪਾਵਰ ਵੀ ਕੀ ਹੋਏਗੀ ਤੁਹਾਡੀ negative. then ਬੱਚੇ ਦੀ SI ਯੂਨਿਟਸ ਹੈ, ਇਹਨੂੰ ਕਾਹਦੇ ਵਿੱਚ ਮੈਜਰ ਕੀਤਾ ਜਾਂਦਾ ਡਾਇਓਪਟਰ ਦੇ ਵਿੱਚ. ਸੋ ਡਾਇਓਪਟਰ ਨੂੰ ਕਿਸ ਤਰ੍ਹਾਂ ਡਿਫਾਈਨ ਕਰਾਂਗੇ, ਪਾਵਰ ਆਫ ਲੈਂਸ ਇਜ਼ 1 ਡਾਇਓਪਟਰ ਇਫ ਫੋਕਲ ਲੈਂਥ ਇਜ਼ 1 ਮੀਟਰ 1 ਮੀਟਰ ਔਰ 100 ਸੈਂਟੀਮੀਟਰ. ਠੀਕ ਹੈ, ਸੋ 1 ਡਾਇਓਪਟਰ ਉਦੋਂ ਹੀ ਕਵਾਂਗੇ ਜਦੋਂ ਦੀ ਫੋਕਲ ਲੈਂਥ 1 ਮੀਟਰ ਹੋਏਗੀ. ਬੱਚੇ ਇਹਦੇ ਡਾਇਓਪਟਰ ਜੋ ਇਹਦੇ ਯੂਨਿਟਸ ਆ, ਦਿਸ ਇਜ਼ ਮੋਸਟ ਇੰਪੋਰਟੈਂਟ, ਜੋ ਪੰਜਾਬ ਬੋਰਡ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਪੁੱਛਿਆ ਜਾਂਦਾ ਹੈ. ਸੋ ਨੈਕਸਟ ਕੁਐਸਚਨ ਦੇਖੋ ਜੋ ਤੁਹਾਡੇ ਪੇਜ ਨੰਬਰ 184 ਦੇ ਉੱਪਰ ਆ, ਡਿਫਾਈਨ 1 ਡਾਇਓਪਟਰ ਆਫ ਅ ਪਾਵਰ ਆਫ ਲੈਂਸ, ਜਿਹੜਾ ਮੈਂ ਹੁਣੇ ਦੱਸ ਕੇ ਹਟੀ ਹਾਂ ਜੋ ਪੇਪਰ ਦੇ ਵਿੱਚ ਮੋਸਟ ਇੰਪੋਰਟੈਂਟ ਆ. ਸੋ ਡੈਫੀਨੇਸ਼ਨ ਸੇਮ ਆਏਗੀ. ਪਾਵਰ ਆਫ ਲੈਂਸ ਇਜ਼ ਡਿਫਾਈਨਡ ਐਜ਼ ਅ ਰੈਸੀਪ੍ਰੋਕਲ ਆਫ ਫੋਕਲ ਲੈਂਥ ਆਫ ਲੈਂਸ. ਇਟ ਇਜ਼ ਡਿਨੋਟਡ ਬਾਈ P. ਸੋ ਰੈਸੀਪ੍ਰੋਕਲ ਹੁੰਦਾ ਆ, ਤੁਸੀਂ ਇੱਥੇ ਮੈਥਮੈਟੀਕਲ ਪੋਰਸ਼ਨ ਵੀ ਲਿਖ ਸਕਦੇ ਆ, F ਇਜ਼ ਇਕੁਅਲਸ ਟੂ 1 ਡਿਵਾਈਡਡ ਬਾਈ F. ਸੋ ਬ੍ਰੈਕਟ ਦੇ ਅੰਦਰ ਲਿਖ ਦੇਣਾ ਕਿ ਇਹਨੂੰ ਮੀਟਰ ਦੇ ਵਿੱਚ ਡਿਫਾਈਨ ਕਰਦੇ ਆ. 1 diopter is defined as a power of lens whose focal length is 1 meter. ਜਿਹਦੀ ਕਿ focal length ਕਿੰਨੀ ਹੁੰਦੀ ਆ 1 meter ਹੁੰਦੀ ਆ. ਠੀਕ ਹੈ, ਸੋ ਨੈਕਸਟ ਕੁਐਸਚਨ ਬੱਚੇ ਨੈਕਸਟ ਕੁਐਸਚਨ ਦੇਖੋ. A convex lens forms a real and inverted image of needle at a distance of 50 centimeter. ਇੱਕ convex lens ਆ, ਸਭ ਤੋਂ ਪਹਿਲਾਂ ਆਪਾਂ ਸਮਝਣ ਦੇ ਲਈ ਇੱਕ convex lens ਬਣਾ ਲੈਂਦੇ ਹਾਂ. ਉਹਨਾਂ ਨੇ ਕਿਹਾ ਰੀਅਲ ਬਣੀ ਆ, ਰੀਅਲ ਮਤਲਬ ਦੂਸਰੇ ਪਾਸੇ ਬਣੀ ਆ, ਇਨਵਰਟਿਡ ਮਤਲਬ ਉਲਟੀ ਬਣੀ ਆ. ਠੀਕ ਹੈ, ਸੋ ਅਸੀਂ ਇੱਕ ਉਲਟੀ ਇਮੇਜ ਬਣਾ ਲਈ ਇਸ ਤਰੀਕੇ ਨਾਲ. ਸੋ ਉਹਦੀ ਡਿਸਟੈਂਸ ਕਿੰਨੀ ਆ 50 ਸੈਂਟੀਮੀਟਰ. ਇਹਦਾ ਮਤਲਬ ਲੈਂਸ ਤੋਂ ਲੈ ਕੇ ਇਮੇਜ ਤੱਕ ਦੀ ਜੋ ਡਿਸਟੈਂਸ ਆ ਉਹ ਕਿੰਨੀ ਆ 50 ਸੈਂਟੀਮੀਟਰ. ਠੀਕ ਹੈ ਬੱਚੇ, ਰੀਅਲਾਈਜ਼ ਕਰਕੇ V ਦੀ ਵੈਲਿਊ ਕੀ ਹੋਏਗੀ ਪੋਜ਼ਿਟਿਵ. ਵੇਅਰ ਇਜ਼ ਦ ਨੀਡਲ placed in a front of a convex lens if the image is equal in size of the object. ਕਹਿੰਦੇ object ਨੂੰ ਅਸੀਂ ਕਿੱਥੇ ਰੱਖੀਏ, ਨੀਡਲ ਮਤਲਬ object ਨੂੰ ਅਸੀਂ ਕਿੱਥੇ ਰੱਖੀਏ ਕਿ ਸੇਮ ਸਾਈਜ਼ ਦੀ ਹੀ ਇਮੇਜ ਬਣੇ. ਇਹਦਾ ਮਤਲਬ ਅਸੀਂ ਸੇਮ ਸਾਈਜ਼ ਮੰਨ ਲਿਆ ਕਿ ਆ x ਸੈਂਟੀਮੀਟਰ ਆ ਵੀ x ਸੈਂਟੀਮੀਟਰ ਹੋਏਗੀ. ਅਗਰ ਇਹਦੀ ਡਿਸਟੈਂਸ 50 ਆ ਤਾਂ ਇਹਦੀ ਡਿਸਟੈਂਸ ਵੀ ਕੀ ਹੋਏਗੀ 50. ਕਲੀਅਰ ਹੋ ਗਿਆ. ਸੋ ਬੱਚੇ ਅਗਰ ਆ ਪੋਜ਼ਿਟਿਵ 'ਚ ਸੀ ਤਾਂ ਇਸ ਸਾਈਡ ਕੀ ਹੁੰਦਾ ਨੈਗੇਟਿਵ. ਇਹਦਾ ਮਤਲਬ U ਦੀ ਵੈਲਿਊ ਕੀ ਆ ਜਾਏਗੀ ਨੈਗੇਟਿਵ. ਸੋ ਅਸੀਂ ਲਿਖ ਰਹੇ ਹਾਂ V ਇਜ਼ ਇਕੁਅਲਸ ਟੂ 50 ਸੈਂਟੀਮੀਟਰ ਗਿਵਨ ਹੈ ਸਾਨੂੰ. ਠੀਕ ਹੈ, ਆ ਚੀਜ਼ ਸਾਨੂੰ ਗਿਵਨ ਹੈ ਔਰ U ਕੀ ਹੋ ਜਾਏਗਾ -50 ਸੈਂਟੀਮੀਟਰ. ਠੀਕ ਹੈ, ਸੋ ਇਸ ਤਰੀਕੇ ਨਾਲ ਤੁਸੀਂ ਲਿਖ ਸਕਦੇ ਆ. ਬਟ ਸਮਟਾਈਮ ਬੱਚੇ ਕੁਛ ਬੱਚਿਆਂ ਨੂੰ ਇਸ ਚੀਜ਼ ਨਾਲ ਤਸੱਲੀ ਨਹੀਂ ਹੁੰਦੀ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਆ ਕਿ ਸਾਨੂੰ ਗਿਵਨ ਆ ਕਿ ਮੈਗਨੀਫਿਕੇਸ਼ਨ 1 ਹੈ. ਬੱਚੇ ਮੈਗਨੀਫਿਕੇਸ਼ਨ 1 ਕਦੋਂ ਹੋਏਗੀ, ਜਦੋਂ ਇਕੁਅਲ ਇਨ ਸਾਈਜ਼ ਹੋਏਗਾ. ਠੀਕ ਹੈ, ਇਹਦਾ ਮਤਲਬ ਸਾਨੂੰ ਆ ਚੀਜ਼ ਗਿਵਨ ਆ ਕਿ m ਇਕੁਅਲਸ ਟੂ 1 ਆ. ਬਿਕੋਜ਼ ਇਹ ਰੀਅਲ ਇਮੇਜ ਆ, ਰੀਅਲ ਇਮੇਜ ਦੇ ਲਈ ਇੱਥੇ ਲਿਖਾਂਗੇ ਅਸੀਂ -1. ਠੀਕ ਹੈ, ਸੋ ਮੈਗਨੀਫਿਕੇਸ਼ਨ ਦਾ ਬੱਚੇ ਸਾਨੂੰ ਫਾਰਮੂਲਾ ਪਤਾ ਹੈ. ਮੈਗਨੀਫਿਕੇਸ਼ਨ ਕਿਹਦੇ ਇਕੁਅਲ ਹੁੰਦਾ H' ਓਵਰ H
इज इक्वल्स टू v ओवर u इज इक्वल्स टू -1। सो सानू इत्थे h की जरूरत नहीं है, सो इस करके असीं h नहीं लिख रहे। सो v ओवर u इज इक्वल्स टू -1 आ जाएगा। सो v की वैल्यू कितनी आ जाएगी -u। ਇਹਦਾ मतलब अगर v तुहाडा 50 है तो u कितना हो जाएगा -50। क्लीयर हो गया। सो इत्थों भी तुसीं आंसर निकाल सकते हैं अपना इस तरीके ना v की वैल्यू पुट करके -u। सो u की वैल्यू कितनी आ गई -50 सेंटीमीटर। डन। सो इस तरीके ना बच्चे मैं साइड पे सॉल्व कर दिता। अगर तुसी इस तरीके ना लिखना इस तरीके ना लिख लो, नहीं तो डायरैक्ट भी तुसी लिख सकते हैं। क्लीयर हो गया। सो नैक्सट आप पढ़ते हैं उन्होंने सानू की पूछा आ। उन्होंने पूछा फाइंड द पावर ऑफ द लेंस। असी पावर पता करनी आ। बच्चे पावर का फॉर्मूला की हुंदा आ, P इज इक्वल्स टू 1 ओवर F फोकल लेंथ। बट सानू इस पूरी नुमैरिकल दे विच किते भी F नहीं पता। सो सब तो पहला असी इन्हां दो टर्म्स की हैल्प दे नाल F फाइंड आउट करांगे। सो फॉर्मूला की है 1 ओवर F इक्वल्स टू 1 ओवर V माइनस 1 ओवर U। क्लीयर हो गया। सो पुट करो F की वैल्यू कितनी है 50, U की वैल्यू -50। इन द नैक्सट स्टैप माइनस माइनस की हो जाएगा प्लस। तुसी बच्चे अगले स्टैप दे विच करना, मैं इत्थे रब करके करता। सो टेक एल्सीयम, ऊपर आ जाएगा 1 + 1। सो 2 डिवाइडेड बाय 50, कटिंग करके आ गया 1 डिवाइडेड बाय 25। सो ये बच्चे 1 ओवर F का आंसर आया, तो मतलब कल्ला F का आंसर कितना होएगा 25 सेंटीमीटर। क्लीयर हो गया। हुण बच्चे ध्यान नाल देखो, असी P पता करना आ। जो P पता करना हुंदा आ तो आ चीज़ सेंटीमीटर्स दे विच हुंदी आ 1 ओवर F। अगर असी सेंटीमीटर्स दे विच आंसर निकालिया तो साडा होएगा 100 डिवाइडेड बाय F। ठीक है, इन सेंटीमीटर 100। सो असी लिख दिता 100 डिवाइडेड बाय 25। F की वैल्यू 25 पुट कर दी। सो कटिंग करके आ जाएगा 4। सो P का आंसर कितना आ गया 4 डायोप्टर। सो दिस इज द फाइनल आंसर। ठीक है, उन्होंने सानू पावर पुछन नूं कहा सी, सॉल्व करन नूं कहा सी, असीं पावर निकाल दित्ती। बच्चे नैक्सट क्वेश्चन देखो, NCERT की बुक पेज नंबर 184 ते नैक्सट क्वेश्चन है फाइंड द पावर ऑफ अ कनकेव लेंस ऑफ फोकल लेंथ 2 मीटर। सो असी फोकल लेंथ असी पावर निकालनी, सानू फोकल लेंथ गिवन है F इक्वल्स टू 2 मीटर। बच्चे फोकल लेंथ कनकेव की की हुंदी है नैगेटिव। सो असी लिख दिता -2। याद रखना बच्चे, बार बार तुहानू दस रही हाँ, कन्वैक्स की फोकल लेंथ की हुंदी है पॉजिटिव और कनकेव की फोकल लेंथ की हुंदी आ नेगेटिव। सो आ चीज़ बच्चे याद रखो, अपनी कॉपी ते साइड ते लिख लो, बार बार दस रही हैं तुहानू। ठीक है, सो असी पावर फाइंड आउट करनी आ। सो पावर का फॉर्मूला की आ 1 डिवाइडेड बाय F इन मीटर्स। अगर असी मीटर्स दे विच लै रहे हैं तो 1 दे नाल डिवाइड करांगे क्योंकि इत्थे मीटर ही आ। सो 1 डिवाइडेड बाय 2, सो वी गेट 0.5। बच्चे F माइनस दे विच है तो माइनस ही लिखोगे -5 डायोप्टर। इसका मतलब P का आंसर कितना आ जाएगा -0.5 डायोप्टर। बच्चे नैक्सट क्वेश्चन देखो, तो NCERT की पेज नंबर 186 के उत्ते क्वेश्चन नंबर 16 है फाइंड द फोकल लेंथ ऑफ द लेंस। वी हैव टू फाइंड फोकल लेंथ ऑफ द लेंस ऑफ पावर। सानू पावर गिवन आ -2.0 डायोप्टर। तुसी डायरैक्ट भी लिख सकते हैं -2 डायोप्टर। ठीक है, वट टाइप ऑफ द लेंस इज दिस। असी लेंस पता करना कि किद्दां दा आ। हुण ध्यान दो, अगर F की वैल्यू पॉजिटिव आ गई तो इट मीनस कि कन्वैक्स लेंस आ, अगर F की वैल्यू नैगेटिव आ गई तो कनकेव लेंस आ। ठीक है, सो आप F निकाल के देखते हैं। बच्चे F का फॉर्मूला की हुंदा है, पहला P का डायरैक्ट लिखो क्योंकि सानू P का फॉर्मूला पता है। ठीक है, सो P का फॉर्मूला की हुंदा 1 डिवाइडेड बाय F इन मीटर्स। अगर मीटर्स के विच आंसर आ रहा पर असी तो कल F निकालना, सो आ जाएगा 1 डिवाइडेड बाय P। सो P की वैल्यू कितनी आ -2। ठीक है, सो इनू डिवाइड करके देखो बच्चे, साडा आ जाएगा 0.5। ठीक है बच्चे, फोकल लेंथ साडी काहदे विच आई मीटर दे विच, बट सानू सेंटीमीटर्स दे विच चाहिदी आ। सो असी की करांगे इनू
ਸੈਂਟੀਮੀਟਰਸ ਦੇ ਵਿੱਚ ਕਨਵਰਟ ਕਰ ਦਾਂਗੇ। ਸੋ ਦਿਸ ਇਜ਼ ਸੈਂਟੀਮੀਟਰ। ਸੋ ਫੋਕਲ ਲੈਂਥ ਆ ਗਈ ਬੱਚੇ ਸਾਡੀ ਮਾਈਨਸ ਦੇ ਵਿੱਚ। ਅਗਰ ਇਹ ਮਾਈਨਸ ਦੇ ਵਿੱਚ ਆ ਤਾਂ ਤੁਹਾਡਾ ਲੈਂਸ ਕਿਸ ਤਰ੍ਹਾਂ ਦਾ ਹੋਏਗਾ, ਕਨਕੇਵ ਲੈਂਸ। ਸੋ ਲੈਂਸ ਇਜ਼ ਕਨਕੇਵ, ਠੀਕ ਹੈ। ਸੋ ਅਸੀਂ ਕਨਕੇਵ ਲੈਂਸ ਇੱਥੇ ਯੂਜ਼ ਕਰ ਰਹੇ ਹਾਂ। ਕਲੀਅਰ ਹੋ ਗਿਆ। ਸੋ ਨੈਕਸਟ ਨੂਮੈਰੀਕਲ ਦੇਖੋ, ਅ ਡਾਕਟਰ ਹੈਜ਼ ਪ੍ਰਿਸਕ੍ਰਾਈਬਡ ਅ corrective lens of power 1.5 diopter। ਬੱਚੇ ਹੁਣ ਡਾਕਟਰ ਨੇ ਪ੍ਰਿਸਕ੍ਰਾਈਬ ਕੀਤਾ ਸਾਨੂੰ ਇੱਕ ਲੈਂਸ। ਸੋ ਅਸੀਂ ਕੀ ਆ ਫਾਈਂਡ ਕਰਨਾ, ਫਾਈਂਡ ਦਾ ਫੋਕਲ ਲੈਂਥ ਆਫ ਦਾ ਲੈਂਸ। ਸੋ ਅਸੀਂ ਫੋਕਲ ਲੈਂਥ ਪਤਾ ਕਰਨੀ ਆ। ਫੋਕਲ ਲੈਂਥ ਦਾ ਫਾਰਮੂਲਾ ਕੀ ਹੁੰਦਾ, 1/p। ਸੋ p ਦੀ ਵੈਲਿਊ ਗਿਵਨ ਆ 1.5, ਠੀਕ ਹੈ। ਸੋ ਇਹਨੂੰ ਸੋਲਵ ਕਰਕੇ ਦੇਖ ਲਓ, 10/5 ਆ ਜਾਏਗਾ 2/3। ਇਹਦਾ ਮਤਲਬ f ਦਾ ਆਂਸਰ ਕਿੰਨਾ ਆ ਜਾਊਗਾ, 0.67, ਠੀਕ ਹੈ। ਬੱਚੇ ਮੀਟਰਸ ਦੇ ਵਿੱਚ ਆਂਸਰ ਆਇਆ, ਬਟ ਸਾਨੂੰ ਸੈਂਟੀਮੀਟਰ ਦੇ ਵਿੱਚ ਚਾਹੀਦਾ। ਸੋ ਇਹਨੂੰ ਸੈਂਟੀਮੀਟਰ 'ਚ ਕਨਵਰਟ ਕਰ ਲਓ, 67 ਮੀਟਰ। ਸੋ ਸਾਡਾ ਪੋਜ਼ੀਟਿਵ ਦੇ ਵਿੱਚ ਆਂਸਰ ਆ ਰਿਹਾ। ਅਗਰ ਬੱਚੇ ਪੋਜ਼ੀਟਿਵ ਆ, ਇਟ ਮੀਨਸ ਕਿ ਸਾਡਾ ਜਿਹੜੀ ਲੈਂਸ ਕੀ ਹੋਏਗਾ, ਕਨਵੈਕਸ ਲੈਂਸ। ਸੋ ਇੱਥੇ ਲਿਖੂੰਗੇ ਬਿਕੋਜ਼ f is positive, क्योंकि साडा f का आंसर पॉजिटिव आया, means lens is converging lens। बच्चे चाहे converging lens लिख लो, चाहे convex lens लिख लो, ठीक है। then इत्थों सानू पता लग गया कि साडा convex lens यूज हो रहा। Is this prescribed lens diverging lens or a converging lens? ਤਾਂ ਇਹ ਕਿਹੜਾ ਲੈਂਸ ਅਸੀਂ यूज कर रहे हैं, converging lens। ਬੱਚੇ ਉਹਨਾਂ ਨੇ wording converging यूज ਕੀਤਾ ਤਾਂ ਆਪਾਂ ਇੱਥੇ ਵੀ converging ਹੀ यूज ਕਰ ਲੈਂਦੇ ਆ, ਠੀਕ ਹੈ। converging ਦਾ ਮਤਲਬ ਹੁੰਦਾ ਆ convex lens। ਕਲੀਅਰ ਹੋ ਗਈ ਚੀਜ਼। ਸੋ ਬੱਚੇ ਸਾਡਾ ਇਸ ਚੈਪਟਰ ਦਾ ਲਾਸਟ ਟੌਪਿਕ ਸੀ ਪਾਵਰ ਆਫ ਲੈਂਸ ਐਂਡ ਉਹਦੇ ਨੂਮੈਰੀਕਲਸ। ਫਿਰ ਵੀ ਤੁਹਾਨੂੰ ਕਿਸੇ ਟੌਪਿਕ ਜਾਂ ਕਿਸੇ ਨੂਮੈਰੀਕਲ ਦੇ ਵਿੱਚ ਪ੍ਰੋਬਲਮ ਹੋਵੇ ਤਾਂ ਬੱਚੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਜਾਂ ਮੈਨੂੰ ਵਟਸਐਪ ਕਰ ਸਕਦੇ ਆ। ਥੈਂਕ ਯੂ ਸੋ ਮਚ।